हाँ जी प्यारे साथियों, सत श्री अकाल सारिਆਂ ਨੂੰ। ਤੇ ਅੱਜ ਜਿਹੜੀ ਆਪਣੀ ਸਾਈਕੋਲੋਜੀ ਦੀ ਕਲਾਸ ਹੈ, ਆਪਾਂ ਅਪਲਾਈਡ ਸਾਈਕੋਲੋਜੀ ਤੇ ਪਹੁੰਚ ਚੁੱਕੇ ਸੀ। ਕਿਉਂਕਿ ਇਸ ਤੋਂ ਪਹਿਲਾਂ ਆਪਾਂ ਕੀ ਕਰਦੇ ਪਏ ਸੀ, ਬ੍ਰਾਂਚਸ ਆਫ ਸਾਈਕੋਲੋਜੀ। ਠੀਕ ਹੈ, ਬ੍ਰਾਂਚਸ ਆਫ ਸਾਈਕੋਲੋਜੀ ਆਪਾਂ ਕਰਦੇ ਪਏ ਸੀ। ਇਹ ਦੋ ਤਰ੍ਹਾਂ ਦੇ ਸੀ, ਥਿਓਰੈਟੀਕਲ ਸਾਈਕੋਲੋਜੀ ਤੇ ਅਪਲਾਈਡ ਸਾਈਕੋਲੋਜੀ। ਜਿਹੜੀ ਥਿਓਰੈਟੀਕਲ ਸਾਈਕੋਲੋਜੀ ਆ ਉਹ ਆਪਾਂ ਕਵਰ ਕਰ ਚੁੱਕੇ ਹਾਂ ਤੇ ਹੁਣ ਆਪਾਂ ਮੂਵ ਕਰ ਚੁੱਕੇ ਹਾਂ ਅਪਲਾਈਡ ਸਾਈਕੋਲੋਜੀ ਤੇ। ਠੀਕ ਆ, ਅਪਲਾਈਡ ਸਾਈਕੋਲੋਜੀ ਆਪਾਂ ਪੜ੍ਹਦੇ ਹਾਂ ਯਾਨੀ ਕਿ ਵਿਵਹਾਰਿਕ ਮਨੋਵਿਗਿਆਨ। ਠੀਕ ਆ, ਸਿਧਾਂਤਕ ਮਨੋਵਿਗਿਆਨ ਦੇ ਸਾਰੇ ਵਿਸ਼ੇ, ਸਿਧਾਂਤ, ਵਿਧੀਆਂ ਨੂੰ ਉਹਨਾਂ ਦੇ ਵਿਵਹਾਰਕ ਰੂਪ ਵਿੱਚ ਕਾਰਜ ਵਿੱਚ ਲਏ ਜਾਂਦੇ ਹਨ। ਇਹਨਾਂ ਦੇ ਕਹਿਣ ਦਾ ਭਾਵ ਕਿ ਜਿਹੜਾ ਥਿਓਰੈਟੀਕਲ ਪੋਰਸ਼ਨ ਆ ਸਾਡੇ ਸਾਈਕੋਲੋਜੀ ਦਾ, ਇਹਨਾਂ ਨੇ ਕਿਹਾ ਕਿ ਅਪਲਾਈਡ ਸਾਈਕੋਲੋਜੀ ਦੇ ਵਿੱਚ ਉਹਨਾਂ ਵਿਸ਼ਿਆਂ ਨੂੰ ਪ੍ਰਯੋਗ ਵਿੱਚ ਲਿਆ ਜਾਂਦਾ, ਕਾਰਜ ਦੇ ਆਧਾਰ ਤੇ ਲਿਆਂਦਾ ਜਾਂਦਾ। ਯਾਨੀ ਕਿ ਇਹਦੇ ਵਿੱਚ ਆਪਾਂ ਪੜਾਂਗੇ ਅੱਗੇ ਜਾ ਕੇ, ਜਦੋਂ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਤੁਹਾਨੂੰ ਸਾਰਾ ਪਤਾ ਲੱਗ ਜੂਗਾ। ਠੀਕ ਆ, ਕਲਾਸ ਨੂੰ ਤੁਸੀਂ ਸ਼ੇਅਰ ਕਰ ਦਿਓ। ਠੀਕ ਆ, ਬਿਲਕੁਲ ਓਰੀਜਨਲ ਨੋਟਸ ਨੇ। ਠੀਕ ਆ, ਮੇਰੀ ਮਿਹਨਤ ਆ। ਠੀਕ ਆ, ਇੰਗਲਿਸ਼ ਵਾਲੇ ਬੱਚੇ ਥੋੜਾ ਧਿਆਨ ਦੇ ਲੈਣਾ। ਆਲ ਦਾ ਸਬਜੈਕਟ, ਥਿਊਰੀਜ਼, ਮੈਥਡ ਆਫ ਪਿਓਰ ਸਾਈਕੋਲੋਜੀ ਆਰ ਅਪਲਾਈਡ ਇਨ ਦੇਅਰ ਪ੍ਰੈਕਟੀਕਲ ਫਾਰਮ। ਕਲੀਅਰ ਲੱਗ ਗਈ ਨਾ। ਜਿੰਨੀਆਂ ਵੀ ਹੁਣ ਅਸੀਂ ਪਹਿਲਾਂ ਅਸੀਂ ਵੀ ਜਿਹੜੀ ਵਿਵਹਾਰਕ ਸਾਈਕੋਲੋਜੀ ਪੜ੍ਹੀ ਆ, ਸੌਰੀ ਜਿਹੜੀ ਅਸੀਂ ਥਿਓਰੈਟੀਕਲ ਪੋਰਸ਼ਨ ਪੜ੍ਹਿਆ ਵਾ, ਉਹ ਜਦੋਂ ਅਸੀਂ ਉਹਨੂੰ ਪ੍ਰੈਕਟੀਕਲ ਫਾਰਮ ਦੇ ਵਿੱਚ ਲੈ ਆਉਂਦੇ ਆ, ਉਹ ਫਿਰ ਸਾਡੀ ਕੀ ਬਣ ਜਾਂਦੀ ਹੈ, ਅਪਲਾਈਡ ਸਾਈਕੋਲੋਜੀ ਬਣ ਜਾਂਦੀ ਆ। ਦੂਜੇ ਸ਼ਬਦਾਂ ਵਿੱਚ ਸਿਧਾਂਤਕ ਮਨੋਵਿਗਿਆਨ ਦੇ ਸਿਧਾਂਤਾਂ ਨੂੰ ਸਧਾਰਨ ਵਿਵਹਾਰ ਪ੍ਰਯੋਗ ਵਿੱਚ ਲਿਆਉਂਦਾ ਹੈ। ਸਬਜੈਕਟ ਬ੍ਰਾਂਚਸ ਆਫ ਅਪਲਾਈਡ, ਸਬ ਬ੍ਰਾਂਚਸ ਆਫ ਅਪਲਾਈਡ ਸਾਈਕੋਲੋਜੀ। ਹੁਣ ਆਪਾਂ ਜਿਵੇਂ ਥਿਓਰੈਟੀਕਲ ਸਾਈਕੋਲੋਜੀ ਦੀਆਂ ਅੱਗੋਂ ਬ੍ਰਾਂਚਸ ਪੜ੍ਹੀਆਂ ਸੀ, ਉਵੇਂ ਹੀ ਆਪਾਂ ਅਪਲਾਈਡ ਸਾਈਕੋਲੋਜੀ ਦੀਆਂ ਵੀ ਅੱਗੋਂ ਬ੍ਰਾਂਚਸ ਪੜਾਂਗੇ। ਪਹਿਲੀ ਹੈਗੀ ਆ ਕ੍ਰਿਮੀਨਲ ਸਾਈਕੋਲੋਜੀ, ਜਿਹਨੂੰ ਅਸੀਂ ਅਪਰਾਧੀ ਮਨੋਵਿਗਿਆਨ ਕਹਿ ਦਿੰਦੇ ਹਾਂ। ਅਪਰਾਧੀ ਦੁਆਰਾ ਕੀਤੇ ਅਪਰਾਧ ਦਾ ਮੁੱਖ ਕਾਰਨ ਪਤਾ ਲਗਾ ਕੇ ਆਚਰਣ ਵਿੱਚ ਸੁਧਾਰ ਲਿਆਉਣ ਦਾ ਯਤਨ ਇਸ ਸ਼ਾਖਾ ਵਿੱਚ ਕੀਤਾ ਜਾਂਦਾ ਹੈ। ਯਾਨੀ ਕਿ ਕੋਈ ਅਪਰਾਧੀ ਹੈ ਜਿਹਨੇ ਕੋਈ ਜ਼ੁਲਮ ਕੀਤਾ ਵਾ, ਹਨਾ, ਤੇ ਉਹਦੇ ਅਪਰਾਧ ਦੇ ਉਹਨੇ ਕਿਉਂ ਕੀਤਾ, ਉਹ ਵਾਲਾ ਕ੍ਰਾਈਮ ਜੇ ਉਹਨੇ ਕੋਈ ਕੀਤਾ ਤਾਂ ਉਹਨੇ ਕਿਉਂ ਕੀਤਾ, ਉਹਦੇ ਕਾਰਨਾਂ ਦਾ ਪਤਾ ਲਗਾਇਆ ਜਾਂਦਾ ਵਾ। ਉਹਦਾ ਆਚਰਣ ਜਾਣੀ ਕਿ ਉਹਦੇ ਕਰੈਕਟਰ ਦੇ ਵਿੱਚ ਸੁਧਾਰ ਲਿਆਂਦਾ ਜਾਂਦਾ ਵਾ। ਕਿਹੜੀ ਸਾਈਕੋਲੋਜੀ ਦੇ ਰਾਹੀਂ, ਕ੍ਰਿਮੀਨਲ ਸਾਈਕੋਲੋਜੀ ਦੇ ਰਾਹੀਂ। ਜਿਹੜਾ ਸਾਡਾ CID ਸਟਾਫ ਹੁੰਦਾ ਵਾ, ਹਨਾ, ਤੇ ਉਹਨਾਂ ਕੋਲ ਕਿਹੜੀ ਚੀਜ਼ ਦਾ ਗਿਆਨ ਹੁੰਦਾ ਵਾ, ਬਸ ਇਹੀ ਚੀਜ਼ ਦਾ ਗਿਆਨ ਹੁੰਦਾ ਵਾ, ਕ੍ਰਿਮੀਨਲ ਸਾਈਕੋਲੋਜੀ ਦਾ। ਮੈਂ ਸਟਾਰਟਿੰਗ ਦੇ ਵਿੱਚ ਜਦੋਂ ਦੱਸਿਆ ਸੀ ਕਿ ਸਾਈਕੋਲੋਜੀ ਇੱਕ ਤਰ੍ਹਾਂ ਦੀ ਨਹੀਂ ਆ, ਸਾਈਕੋਲੋਜੀ ਜਿਹੜੀ ਸਾਡੀ ਹੈ ਇਹ ਕਈ ਤਰ੍ਹਾਂ ਦੀ ਹੈ। ਕਲੀਅਰ। Attempts are made in this branch to improve the conduct by finding out the main reason for the crime committed by the offender. Clear? ਅੱਛਾ, ਦੂਜੀ ਬ੍ਰਾਂਚ ਸਾਡੀ ਆ ਗਈ ਕਲੀਨਿਕਲ ਸਾਈਕੋਲੋਜੀ। ਪਹਿਲੀ ਕਿਹੜੀ ਸੀ, ਕ੍ਰਿਮੀਨਲ, ਦੂਜੀ ਆ ਗਈ ਕਲੀਨਿਕਲ ਸਾਈਕੋਲੋਜੀ, ਨਿਦਾਨਿਕ ਮਨੋਵਿਗਿਆਨ। ਭਿੰਨ ਭਿੰਨ ਪ੍ਰਕਾਰ ਦੀਆਂ ਅਸਮਾਨਤਾਵਾਂ, ਮਾਨਸਿਕ ਤਣਾਅ, ਮਾਨਸਿਕ ਰੋਗਾਂ ਦਾ ਪਤਾ ਲਗਾ ਕੇ ਇਲਾਜ ਕਰਨਾ ਵੀ ਇਸ ਸ਼ਾਖਾ ਵਿੱਚ ਸ਼ਾਮਿਲ ਹੈ। ਹੁਣ ਜਿੱਦਾਂ ਆਮ ਹੀ ਕੋਈ ਲੇਡੀ ਜਾਂ ਕੋਈ ਵੀ ਏਦਾਂ ਦਾ ਪਰਸਨ ਜਾਂਦਾ ਵਾ ਤੇ ਕਹਿ ਦਿੰਦੇ ਨਾ ਵੀ ਇਹਨੂੰ ਦਵਾਈ ਦੀ ਲੋੜ ਨਹੀਂ ਆ, ਹਨਾ, ਵੀ ਇਹ ਤਾਂ ਮਾਨਸਿਕ ਤੌਰ ਤੇ ਏਦਾਂ ਵਾ, ਜਾਂ ਕਹਿ ਦਿੰਦੇ ਆ ਵੀ ਇਹਨੂੰ ਦਵਾਈ ਨਾਲੋਂ ਜ਼ਿਆਦਾ ਵਹਿਮ ਹੋ ਗਿਆ, ਹਨਾ, ਇਹ ਚੀਜ਼ ਹੋ ਜਾਂਦੀ ਹੈ। ਕੋਈ ਬੰਦਾ ਬਿਮਾਰ ਵੀ ਨਹੀਂ ਹੁੰਦਾ ਤੇ ਉਹੀ ਟੈਬਲੇਟ ਲਈ ਜਾਂਦਾ ਵਾ, ਹਨਾ। ਸੋ ਇਹ ਚੀਜ਼ ਕੀ ਉਹਨਾਂ ਦੇ ਉਹ ਕਿਹਦਾ ਕਰਕੇ ਹੁੰਦਾ ਵਾ, ਮਾਨਸਿਕ ਰੋਗਾਂ ਦੇ ਕਾਰਨ ਹੁੰਦਾ ਵਾ। ਇਹ ਸਾਰਾ ਕੁਛ ਕਿਹਦੇ ਵਿੱਚ ਆਉਂਦਾ ਵਾ, ਕਲੀਨਿਕਲ ਸਾਈਕੋਲੋਜੀ ਦੇ ਵਿੱਚ ਆਉਂਦਾ ਵਾ। ਦਿਸ ਬ੍ਰਾਂਚ ਆਲਸੋ ਕਵਰਸ ਦਾ ਟ੍ਰੀਟਮੈਂਟ ਆਫ ਵੈਰੀਅਸ abnormalities, mental stress and mental illness. Famous person in this field Sigmund Freud. ਸਿਗਮੰਡ ਫਰਾਇਡ ਕਿਹਦੇ ਕਲੀਨਿਕਲ ਸਾਈਕੋਲੋਜੀ ਦੇ ਤੌਰ ਤੇ ਜਾਣੇ ਜਾਂਦੇ ਆ, ਜਾਂ ਕਹਿ ਲਓ ਵੀ ਸਿਗਮੰਡ ਫਰਾਇਡ ਜਿਹੜੇ ਆ ਇਹ ਫੀਲਡ ਦੇ ਵਿੱਚ, ਕਲੀਨਿਕਲ ਸਾਈਕੋਲੋਜੀ ਜਿਹੜੀ ਫੀਲਡ ਆ ਇਹਦੇ ਵਿੱਚ ਉਹਨਾਂ ਨੇ ਕੋਈ ਇਦਾਂ ਦਾ ਕੰਮ ਕੀਤਾ ਹੋਊਗਾ। ਇਹਦੇ ਤੌਰ ਤੇ ਜਦੋਂ ਕਲੀਨਿਕਲ ਸਾਈਕੋਲੋਜੀ ਦਾ ਕੋਈ ਨਾਮ ਆ ਜੇ ਤਾਂ ਉਹਦੇ ਨਾਲ ਤੁਸੀਂ ਇੱਕ ਹੋਰ ਨਾਮ ਯਾਦ ਰੱਖਣਾ ਵਾ, ਸਿਗਮੰਡ ਫਰਾਇਡ ਦਾ। ਕਲੀਅਰ। ਸਾਡੀ ਤੀਜੀ ਬ੍ਰਾਂਚ ਆ ਗਈ ਮਿਲਟਰੀ ਸਾਈਕੋਲੋਜੀ। ਮੈਂ ਦੱਸਿਆ ਸੀ ਨਾ ਸਟਾਰਟਿੰਗ ਦੇ ਵਿੱਚ ਕਿ ਸਾਈਕੋਲੋਜੀ ਇੱਕ ਤਰ੍ਹਾਂ ਦੀ ਨਹੀਂ ਆ, ਡਾਕਟਰਾਂ ਦੀ ਸਾਈਕੋਲੋਜੀ ਆ, ਠੀਕ ਆ, ਪੁਲਿਸ ਅਧਿਕਾਰੀਆਂ ਦੇ ਨਾਲ, ਅਪਰਾਧਾਂ ਨਾਲ ਸੰਬੰਧਿਤ ਸਾਈਕੋਲੋਜੀ ਆ, ਫੌਜੀਆਂ ਦੀ ਸਾਈਕੋਲੋਜੀ ਆ। ਠੀਕ ਉਸੇ ਤਰ੍ਹਾਂ ਹੀ ਦੇਖੋ ਮਿਲਟਰੀ ਸਾਈਕੋਲੋਜੀ ਆ ਗਈ ਨਾ ਅੱਗੇ, ਜਿਹੜਾ ਮੈਂ ਤੁਹਾਨੂੰ ਚੀਜ਼ ਪਹਿਲਾਂ ਹੀ ਸਮਝਾਈ ਸੀ। ਇਹ ਸ਼ਾਖਾ ਯੁੱਧ ਅਤੇ ਉਸ ਨਾਲ ਸੰਬੰਧਿਤ ਪਰੇਸ਼ਾਨੀਆਂ ਬਾਰੇ ਦੱਸਦੀ ਹੈ। ਸੈਨਾ ਦੇ ਭਿੰਨ ਭਿੰਨ ਅੰਗਾਂ ਵਿੱਚ ਸਿਪਾਹੀ ਅਤੇ ਅਫਸਰਾਂ ਦੇ ਰੂਪ ਵਿੱਚ ਯੋਗ ਅਤੇ ਕੁਸ਼ਲ ਵਿਅਕਤੀਆਂ ਦਾ ਚੁਣਾਵ ਕਿਵੇਂ ਕੀਤਾ ਜਾਵੇ, ਯੁੱਧ ਵਿੱਚ ਅਤੇ ਯੁੱਧ ਤੋਂ ਬਾਹਰ
ਅਫਸਰਾਂ ਜਵਾਨਾਂ ਦੇ ਹੌਸਲੇ ਬੁਲੰਦ ਕਿਵੇਂ ਕੀਤੇ ਜਾਣ, ਇਹ ਸਾਰਾ ਕੁਝ ਕਿਹਦੇ ਵਿੱਚ ਸਿੱਖਦੇ ਆ, ਮਿਲਟਰੀ ਸਾਈਕੋਲੋਜੀ ਦੇ ਵਿੱਚ। ਐਵੇਂ ਨਹੀਂ ਬੰਦਾ ਫੜ ਕੇ ਫੌਜ ਦੇ ਵਿੱਚ ਭਰਤੀ ਕਰ ਲੈਂਦੇ, ਉਹਨੂੰ ਬੜੀਆਂ ਸ਼ਿਖਾਵਾਂ ਦੇ ਵਿੱਚੋਂ ਲੰਘਣਾ ਪੈਂਦਾ ਵਾ। ਹੁਣ ਜਿਹੜੇ ਬੰਦੇ ਮਿਲਟਰੀ ਨੌਜਵਾਨਾਂ ਨੂੰ ਸਿਲੈਕਟ ਕਰਦੇ ਆ, ਉਹਨਾਂ ਕੋਲ ਆ ਸਾਈਕੋਲੋਜੀ ਦੀ ਨੌਲੇਜ ਹੁੰਦੀ ਆ। ਇਸੇ ਹੀ ਆਧਾਰ ਤੇ ਜਿਹੜਾ ਵਾ ਉਹ ਚੋਣ ਕਰਦੇ ਆ ਆਰਮੀ ਆਫੀਸਰ ਜਿਹੜੇ ਹੁੰਦੇ ਆ ਇਹ ਸਾਰੀ, ਠੀਕ ਆ। ਦਿਸ ਬ੍ਰਾਂਚ ਡੀਲਸ ਵਿਦ ਵਾਰ, ਇਟਸ after math, how to select qualified and skilled person as soldiers and officers in different parts of the army, how to raise of spirit of officers and men in and out of war। ਜਾਨੀ ਕਿ ਜੰਗ ਦੇ ਦੌਰਾਨ ਜੇ ਕੋਈ ਯੁੱਧ ਲੱਗ ਜਾਂਦਾ ਵਾ, ਉਹਨਾਂ ਦੇ ਹੌਸਲੇ ਕਿੱਦਾਂ ਬੁਲੰਦ ਰੱਖਣੇ, ਸਾਰਾ ਕੁਝ ਕਿਹਦੇ ਵਿੱਚ ਦੱਸਿਆ ਜਾਂਦਾ ਵਾ, ਮਿਲਟਰੀ ਸਾਈਕੋਲੋਜੀ ਦੇ ਵਿੱਚ ਦੱਸਿਆ ਜਾਂਦਾ ਵਾ। ਨੈਕਸਟ ਬ੍ਰਾਂਚ ਸਾਡੀ ਆ ਗਈ ਆ ਲੀਗਲ ਸਾਈਕੋਲੋਜੀ ਸੌਰੀ ਲੀਗਲ ਸਾਈਕੋਲੋਜੀ ਯਾਨੀ ਕਿ ਕਾਨੂੰਨ ਮਨੋਵਿਗਿਆਨ। ਕਾਨੂੰਨ ਦੀ ਇਸ ਦੁਨੀਆ ਵਿੱਚ ਸੰਬੰਧਿਤ ਵਿਅਕਤੀਆਂ ਜਿਵੇਂ ਅਪਰਾਧੀ, ਗ੍ਰਾਹਕ, ਗਵਾਹ ਆਦਿ ਦੇ ਵਿਵਹਾਰ ਦਾ ਅਧਿਐਨ ਕਾਨੂੰਨ ਅਤੇ ਅਦਾਲਤ ਦੇ ਸੰਦਰਭ ਵਿੱਚ ਕੀਤਾ ਜਾਂਦਾ ਹੈ। ਇਹ ਸ਼ਾਖਾ ਨੇ ਕਾਨੂੰਨੀ ਵਿਵਸਥਾ ਵਿੱਚ ਸੁਧਾਰਨ ਲਈ ਬਹੁਤ ਕੋਸ਼ਿਸ਼ ਕੀਤੀ ਹੈ। ਜਾਨੀ ਕਿ ਦੇਖੋ ਇਹਦੇ ਵਿੱਚ ਕੀ ਆ, ਹੁਣ ਜਿਹੜੇ ਸਾਡੇ ਪੁਲਿਸ ਅਧਿਕਾਰੀ ਆ, ਜਿਹੜੇ ਵੀ ਸਾਡੇ ਆਫੀਸਰ ਆ, ਪੁਲਿਸ ਵਾਲੇ ਮੇਨ ਆਫੀਸਰ ਆ ਜਿਹੜੇ ਸਾਡੇ, ਹਨਾ, ਕਾਨੂੰਨ ਵਿਵਸਥਾ ਵਿੱਚ ਕਹਿੰਦੇ ਇਹ ਵਾਲੀ ਸਾਈਕੋਲੋਜੀ ਨੇ ਬਹੁਤ ਹੀ ਜ਼ਿਆਦਾ ਜਿਹੜਾ ਵਾ ਸੁਧਾਰ ਲਿਆਂਦਾ ਵਾ। ਤੁਸੀਂ ਪਹਿਲੀ ਲਾਈਨ ਪੜ੍ਹੋ, ਕਾਨੂੰਨ ਦੀ ਦੁਨੀਆ ਵਿੱਚ ਸੰਬੰਧਿਤ ਵਿਅਕਤੀਆਂ ਜਿਵੇਂ ਅਪਰਾਧੀ, ਗ੍ਰਾਹਕ, ਗਵਾਹ ਆਦਿ ਦੇ ਵਿਵਹਾਰ ਦਾ ਅਧਿਐਨ ਕਰਨ ਤੇ। ਹੁਣ ਵੇਖੋ ਹੁੰਦਾ ਕੀ ਆ ਕਿ ਜਦੋਂ ਅਦਾਲਤ ਦੇ ਵਿੱਚ ਕੋਈ ਗਵਾਹ ਪੇਸ਼ ਕੀਤਾ ਜਾਂਦਾ ਵਾ ਜਾਂ ਮੁਜਰਮ ਪੇਸ਼ ਕੀਤਾ ਜਾਂਦਾ ਵਾ, ਤੇ ਉਹਦੀਆਂ ਗੱਲਾਂ ਨੂੰ ਸੁਣਿਆ ਜਾਂਦਾ ਵੀ ਉਹ ਆਪਣੇ, ਹੁਣ ਜਿਹੜੇ ਬੰਦੇ ਨੇ ਜੁਰਮ ਕੀਤਾ ਉਹ ਵੀ ਬੰਦਾ ਆਪਦੇ ਵਿਊ ਰੱਖਦਾ, ਤੇ ਜਿੰਨੇ ਉਹਨੂੰ ਪੇਸ਼ ਕੀਤਾ ਵਾ, ਜਿਹੜਾ ਬੰਦਾ ਜਿਹਨੇ ਉਹਦੇ ਖਿਲਾਫ ਰਿਪੋਰਟ ਪੇਸ਼ ਕੀਤੀ ਉਹ ਵੀ ਬੰਦਾ ਆਪਦੇ ਵਿਊ ਦਿੰਦਾ ਵਾ। ਤੇ ਜਿਹੜੇ ਬੈਠੇ ਹੁੰਦੇ, ਜਿੱਦਾਂ ਹੁਣ ਆਪਾਂ ਇੱਥੇ ਜੱਜ ਦੀ ਐਗਜ਼ਾਮਪਲ ਲੈ ਲਈਏ, ਹਨਾ, ਹੁਣ ਉਹ ਬੰਦਾ ਹੁਣ ਇਕੱਲਾ ਬੰਦਾ ਉਹ ਇੰਨਾ ਵੱਡੇ ਫੈਸਲੇ ਕਰ ਦਿੰਦਾ ਵਾ, ਉਹਦੇ ਕੋਲ ਕਿਹੜਾ ਗਿਆਨ ਹੁੰਦਾ ਵਾ, ਸਿਰਫ ਲੀਗਲ ਸਾਈਕੋਲੋਜੀ ਦਾ। ਹੁਣ ਜਿਹੜਾ ਬੰਦਾ ਲਾਅ ਕਰਦਾ ਵਾ ਨਾ, ਲਾਅ ਦੇ ਵਿੱਚ ਲੀਗਲ ਸਾਈਕੋਲੋਜੀ ਜਿਹੜੀ ਆ ਪੜ੍ਹਾਈ ਜਾਂਦੀ ਆ। ਕਲੀਅਰ? the behavior of person related to the world of law such as criminals, client, witness, etc. It is studied in the context of law and court. This branch made great efforts to improve the legal system। ਕਹਿੰਦੇ ਇਹਨੇ ਕਾਨੂੰਨੀ ਵਿਵਸਥਾ ਨੂੰ ਬਹੁਤ ਹੀ ਜ਼ਿਆਦਾ ਮਜ਼ਬੂਤ ਕੀਤਾ ਵਾ। ਕਿੰਨੇ? ਲੀਗਲ ਸਾਈਕੋਲੋਜੀ ਨੇ, ਕਿਉਂਕਿ ਪੁਰਾਣੇ ਸਮਿਆਂ ਵਿੱਚ ਏਦਾਂ ਦੀ ਕੋਈ ਵੀ ਸਟੱਡੀ ਨਹੀਂ ਸੀ ਹੁੰਦੀ ਜਿਹਦੇ ਨਾਲ ਕਿਸੇ ਅਪਰਾਧੀ ਵਿਅਕਤੀ ਦਾ, ਕਿਸੇ ਵੀ ਗਾਹਕ ਦਾ, ਗਵਾਹ ਦੇਣ ਵਾਲੇ ਦਾ ਦਿਮਾਗ ਪੜ੍ਹਿਆ ਜਾ ਸਕੇ। ਸੋ ਲੀਗਲ ਸਾਈਕੋਲੋਜੀ ਨੇ ਬਹੁਤ ਹੀ ਮਦਦ ਕੀਤੀ ਕਾਨੂੰਨੀ ਵਿਵਸਥਾ ਨੂੰ ਮਜ਼ਬੂਤ ਬਣਾਉਣ ਵਾਸਤੇ। ਨੈਕਸਟ ਹੈਗੀ ਆ ਇੰਡਸਟਰੀਅਲ ਸਾਈਕੋਲੋਜੀ, ਉਦਯੋਗਿਕ ਮਨੋਵਿਗਿਆਨ। ਇਹ ਮਨੁੱਖੀ ਵਿਵਹਾਰ ਦਾ ਉਦਯੋਗਿਕ ਪ੍ਰਸਥਿਤੀਆਂ ਵਿੱਚ ਕੀਤਾ ਜਾਣ ਵਾਲਾ ਅਧਿਐਨ ਹੈ। ਆਪਸੀ ਸੰਬੰਧਾਂ ਨੂੰ ਧਿਆਨ ਵਿੱਚ ਰੱਖ ਕੇ ਉਦਯੋਗਿਕ ਯੋਗਤਾ ਵਧਾਉਣਾ ਇਸ ਦਾ ਮੁੱਖ ਉਦੇਸ਼ ਹੁੰਦਾ ਹੈ। ਹੁਣ ਜਿਵੇਂ ਕਈ ਬੱਚੇ ਬੀਟੈਕ ਕਰਦੇ ਆ, ਹਨਾ, ਕੋਈ ਏਦਾਂ ਦਾ ਇੰਡਸਟਰੀਅਲ ਨਾਲ ਸੰਬੰਧਿਤ ਜਿਹੜੇ ਬੱਚੇ ਕੁਝ ਆਪ ਦਾ ਬਿਜ਼ਨਸ ਕਰਨਾ ਚਾਹੁੰਦੇ, ਹਨਾ, ਉਹ ਬੱਚੇ ਕੀ ਕਰਦੇ, ਹੁਣ ਇੱਕ ਹੁੰਦਾ ਵਾ ਜਿਵੇਂ ਮੈਂ ਨਾਮ ਲਵਾਂ, ਜਿਵੇਂ ਇੱਕ ਹੁੰਦਾ ਵਾ ਫੈਸ਼ਨ ਡਿਜ਼ਾਇਨਿੰਗ, ਟੈਕਨੋਲੋਜੀ ਆਫ ਫੈਸ਼ਨ ਡਿਜ਼ਾਇਨਿੰਗ, ਹਨਾ, ਇਸ ਤਰ੍ਹਾਂ ਕੁਛ ਏਦਾਂ ਦੇ ਹੁਣ ਕੁਝ ਕੋਰਸ ਆਏ ਆ। ਹੁਣ ਇਹਨਾਂ ਦੇ ਵਿੱਚ ਇੰਡਸਟਰੀਅਲ ਸਾਈਕੋਲੋਜੀ ਹੁੰਦੀ ਆ। ਕਿਉਂਕਿ ਇਹਦੇ ਵਿੱਚ ਉਹਨਾਂ ਨੂੰ ਗਿਆਨ ਦਿੱਤਾ ਜਾਂਦਾ ਵਾ ਕਿ ਤੁਸੀਂ ਜੇ ਕੋਈ ਉਦਯੋਗ, ਜੇ ਤੁਸੀਂ ਕੋਈ ਸ਼ੁਰੂ ਕਰਨਾ ਚਾਹੁੰਦੇ ਵੀ, ਤੇ ਉਹਨਾਂ ਦੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਯਾਨੀ ਕਿ ਮਨੋਵਿਗਿਆਨਿਕ ਤੌਰ ਤੇ ਉਹਨਾਂ ਦਾ ਦਿਮਾਗ ਏਦਾਂ ਹੋ ਜਾਂਦਾ ਵਾ ਉਹਨਾਂ ਚੀਜ਼ਾਂ ਨੂੰ ਪੜ੍ਹ ਕੇ ਵੀ ਉਹ ਆਪਣਾ ਉਦਯੋਗ ਕਿਸ ਤਰੀਕੇ ਦੇ ਨਾਲ ਵਧੀਆ ਚਲਾ ਸਕਦੇ ਆ। ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ? ਦਿਸ ਇਜ਼ ਸਟੱਡੀ ਆਫ ਹਿਊਮਨ ਬਿਹੇਵੀਅਰ ਇਨ ਇੰਡਸਟਰੀਅਲ ਕੰਡੀਸ਼ਨ। ਇਟਸ ਮੇਨ objectives is to enhance industrial competence, keeping in view the interrelationships। ਠੀਕ ਆ, ਕਾਮਿਆਂ ਦੀ ਚੋਣ ਕਰਨੀ, ਸਿਖਲਾਈ, ਨਿਯੁਕਤੀ, ਕੁਸ਼ਲਤਾ ਸੰਬੰਧੀ ਸਮੱਸਿਆਵਾਂ ਦਾ ਹੱਲ ਆਦਿ ਇਸ ਸ਼ਾਖਾ ਦੇ ਅੰਤਰਗਤ ਕੀਤਾ ਜਾਂਦਾ। ਹੁਣ ਜੇ ਕੋਈ ਕਿਸੇ ਬੰਦੇ ਨੇ ਉਦਯੋਗ ਚਲਾਉਣਾ ਵਾ ਤੇ ਉਹਨੂੰ ਕਾਮਿਆਂ ਦੀ ਲੋੜ ਵੀ, ਕਿਰਤੀਆਂ ਦੀ ਲੋੜ ਵੀ ਪਊਗੀ, ਤੇ ਉਹਨਾਂ ਦੀ ਚੋਣ ਉਹਨੇ ਕਿਸ ਆਧਾਰ ਤੇ ਕਰਨੀ ਆ, ਇਹ ਸਾਰਾ ਕੁਝ ਸਿਖਾਇਆ ਜਾਂਦਾ ਵਾ ਇੰਡਸਟਰੀਅਲ ਸਾਈਕੋਲੋਜੀ ਦੇ ਵਿੱਚ। ਠੀਕ ਆ, ਸਟਾਰਟਿੰਗ ਦੇ ਵਿੱਚ ਹੀ ਮੈਂ ਦੱਸਿਆ ਸੀ ਸਾਈਕੋਲੋਜੀ ਇੱਕ ਤਰ੍ਹਾਂ ਦੀ ਨਹੀਂ ਆ। ਕਲੀਅਰ? ਅੱਗੇ ਹੈਗਾ ਐਜੂਕੇਸ਼ਨ ਸਾਈਕੋਲੋਜੀ ਆ, ਵੈਰੀ ਇੰਪੋਰਟੈਂਟ ਹੈ। ਇਹ ਆ
ਸਾਡੀ ਸਾਈਕੋਲੋਜੀ ਇਹ ਆ, ਸਾਡੀ ਸਾਈਕੋਲੋਜੀ ਅਸੀਂ ਕਿਹੜੀ ਸਾਈਕੋਲੋਜੀ ਪੜ੍ਹਨੀ ਆ, ਐਜੂਕੇਸ਼ਨ ਸਾਈਕੋਲੋਜੀ, ਕਿਉਂਕਿ ਅਸੀਂ ਕੀ ਬਣ ਜਾ ਰਹੇ ਹਾਂ, ਟੀਚਰ ਬਣ ਜਾ ਰਹੇ ਹਾਂ। ਇੱਕ ਟੀਚਰ ਹੋਣ ਦੇ ਨਾਤੇ ਪੇਰੈਂਟਸ ਨੂੰ ਕਿਵੇਂ ਡੀਲ ਕਰਨਾ ਵਾ, ਸਕੂਲ ਨੂੰ ਕਿਵੇਂ ਚਲਾਉਣਾ ਵਾ, ਓਵਰਆਲ ਕਰੀਕੁਲਮ, ਠੀਕ ਆ, ਪੜ੍ਹਾਉਣ ਤੋਂ ਲੈ ਕੇ, ਠੀਕ ਆ, ਬੱਚੇ ਦਾ ਭਵਿੱਖ ਬਣਾਉਣ ਤੱਕ ਸਾਰਾ ਕੁਛ ਜਿਹੜਾ ਵਾ ਐਜੂਕੇਸ਼ਨ ਦੇ ਨਾਲ ਜਿੰਨਾ ਰਿਲੇਟਡ ਜੋ ਵੀ ਕਿਰਿਆਵਾਂ, ਜੋ ਵੀ ਜਿੰਨੇ ਵੀ ਕੰਮ ਕਾਜ ਆ, ਉਹ ਸਾਰੇ ਐਜੂਕੇਸ਼ਨ ਸਾਈਕੋਲੋਜੀ ਦੇ ਵਿੱਚ ਆਉਂਦੇ ਆ। ਇਸੇ ਹੀ ਕਰਕੇ 2011 ਦੇ ਵਿੱਚ ਜਦੋਂ ਪੀਐਸਟੈਟ ਦਾ ਪੇਪਰ ਸ਼ੁਰੂ ਕੀਤਾ ਗਿਆ ਸੀ ਤੇ ਪੰਜਾਬ ਦੇ ਯਾਨੀ ਕਿ ਪੰਜਾਬ ਦੇ ਨਹੀਂ, ਹੁਣ ਸੀਟੈਟ ਆ ਜਿਵੇਂ ਹਨਾ, ਜਿਹੜਾ ਟੈਟ ਦਾ ਪੇਪਰ ਸੀਗਾ ਇਹ ਟੀਚਰਾਂ ਲਈ ਜ਼ਰੂਰੀ ਕਰ ਦਿੱਤਾ ਗਿਆ। ਤੇ ਵੈਸੇ ਵੀ ਹੁਣ ਤੁਸੀਂ ਬਹੁਤ ਸਾਰੇ ਬੱਚੇ ਸਾਈਕੋਲੋਜੀ ਕਿਉਂ ਪੜ੍ਹਦੇ ਆ, ਟੈਟ ਕਲੀਅਰ ਕਰਨਾ ਜੀ, ਪਰ ਤੁਸੀਂ ਸਾਈਕੋਲੋਜੀ ਇਸ ਕਰਕੇ ਕਿਉਂ ਨਹੀਂ ਪੜ੍ਹਦੇ ਵੀ ਅਸੀਂ ਟੀਚਰ ਬਣਨਾ, ਸਾਨੂੰ ਸਾਈਕੋਲੋਜੀ ਪਤਾ ਹੋਣੀ ਚਾਹੀਦੀ ਆ, ਇਹਨੂੰ ਇੰਟਰਸਟ ਦੇ ਨਾਲ ਪੜ੍ਹੋ, ਠੀਕ ਆ। ਬਹੁਤ ਹੀ ਇੰਟਰਸਟਿੰਗ ਸਬਜੈਕਟ ਆ, ਮੈਨੂੰ ਤੇ ਬਹੁਤ ਹੀ ਇੰਟਰਸਟਿੰਗ ਲੱਗਦਾ ਇਹ ਸਬਜੈਕਟ, ਠੀਕ ਆ। ਇਸ ਫਾਦਰ ਆਫ ਐਜੂਕੇਸ਼ਨ, ਫਾਦਰ ਐਡਵਰਡ ਲੀ ਥੋਰਨਡਾਈਕ, ਥੋਰਨਡਾਈਕ ਜਿਹੜੇ ਆ ਨਾ, ਥੋਰਨਡਾਈਕ ਜਿਹਨੇ ਬਿੱਲੀ ਦਾ ਪ੍ਰਯੋਗ ਕੀਤਾ ਸੀ ਹਨਾ, ਉਹਨੂੰ ਐਜੂਕੇਸ਼ਨ ਸਾਈਕੋਲੋਜੀ ਦਾ ਫਾਦਰ ਮੰਨਿਆ ਜਾਂਦਾ ਵਾ। ਇਸ ਸ਼ਾਖਾ ਦੇ ਅੰਤਰਗਤ ਸਿੱਖਿਆਰਥੀ ਦੇ ਵਿਵਹਾਰ ਦਾ ਸਿੱਖਿਅਕ ਪਰਿਸਥਿਤੀਆਂ ਅਤੇ ਵਾਤਾਵਰਣ ਵਿੱਚ ਅਧਿਐਨ ਕੀਤਾ ਜਾਂਦਾ ਹੈ। ਇਹ ਸਿੱਖਣ ਸਿਖਾਉਣ ਵਾਲੀ ਸ਼ਾਖਾ ਹੈ। ਇਹ ਅਧਿਆਪਕ ਨੂੰ ਚੰਗਾ ਪੜ੍ਹਾਉਣ ਅਤੇ ਬੱਚਿਆਂ ਨੂੰ ਸਿੱਖਣ ਲਈ ਮਦਦ ਕਰਦਾ ਹੈ। ਇਹ ਸ਼ਾਖਾ ਨਿਰਦੇਸ਼ ਅਤੇ ਸਲਾਹ ਦੇਣ ਦਾ ਅਧਿਐਨ ਕਰਦੀ ਹੈ। ਅੰਡਰ ਦਿਸ branch the behavior of the learner is studied in the pedagogical situation and environment. It is a branch of learning and teaching. It help the teacher to teach well and the children to learn. This branch studies instruction and counseling. ਕਿਉਂਕਿ ਜੇ ਹੁਣ ਸਾਨੂੰ ਕੁਐਸਚਨ ਆ ਗਿਆ ਵੀ ਸਾਈਕੋਲੋਜੀ ਜਾਂ ਪੈਡਾਗੋਜੀ ਜਿਹੜੀ ਆ ਟੀਚਰ ਨੂੰ ਕਿਉਂ ਪਤਾ ਹੋਣੀ ਚਾਹੀਦੀ ਆ, ਤੇ ਉਹਦਾ ਆਨਸਰ ਤੁਸੀਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਆ, ਠੀਕ ਆ। ਹੁਣ ਦੇਖੋ, ਹੁਣ ਕੁਝ ਕੁ ਮੈਂ MCQ ਲਏ ਆ ਨਾਲ ਬ੍ਰਾਂਚਸ ਆਫ ਸਾਈਕੋਲੋਜੀ ਦੇ ਵਿੱਚੋਂ। ਸਟੱਡੀ ਆਫ ਜੈਂਡਰ ਡਿਫਰੈਂਟ ਇਜ਼ ਦਾ ਸਬਜੈਕਟ ਮੈਟਰ ਆਫ ਡੈਸ਼। ਉਹਨਾਂ ਨੇ ਕਿਹਾ ਵਾ ਕਿ ਜੈਂਡਰ ਡਿਫਰੈਂਸ ਯਾਨੀ ਕਿ ਲਿੰਗਿਕ ਵਖਰੇਵਾਂ ਜਿਹੜਾ ਵਾ ਉਹ ਕਿਹਦੇ ਵਿੱਚ ਆਊਗਾ, ਸੋਸ਼ਲ ਸਾਈਕੋਲੋਜੀ ਦੇ ਵਿੱਚ ਆਊਗਾ। ਇਹਦੀ ਰਾਈਟ ਆਪਸ਼ਨ ਕੀ ਆਊਗੀ, ਸੋਸ਼ਲ ਸਾਈਕੋਲੋਜੀ। ਅੱਗੇ ਦੇਖੋ, ਲਿੰਗ ਅੰਤਰ ਦਾ ਅਧਿਐਨ ਡੈਸ਼ ਦਾ ਵਿਸ਼ਾ ਹੈ। ਪੰਜਾਬੀ ਦੇ ਵਿੱਚ ਵੀ ਸੁਣ ਲਓ, ਸਮਾਜਿਕ ਮਨੋਵਿਗਿਆਨ, ਵਿਕਾਸਮਤਕ, ਅੱਛਾ ਨਹੀਂ ਸੋਸ਼ਲ ਸਾਈਕੋਲੋਜੀ ਨਹੀਂ ਆਉਣਾ, ਇਹਦਾ ਆਨਸਰ ਆਉਣਾ ਵਾ ਡਿਵੈਲਪਮੈਂਟ ਸਾਈਕੋਲੋਜੀ, ਠੀਕ ਆ, ਵਿਕਾਸਾਤਮਕ ਮਨੋਵਿਗਿਆਨ, ਠੀਕ ਆ। ਵਿਚ ਬ੍ਰਾਂਚ ਆਫ ਸਾਈਕੋਲੋਜੀ ਡੀਲਸ ਵਿਦ ਦਾ ਸਟੱਡੀ ਆਫ ਐਨੀਮਲ ਬਿਹੇਵੀਅਰ। ਪੰਜਾਬੀ ਦੇ ਵਿੱਚ ਮਨੋਵਿਗਿਆਨ ਦੀ ਕਿਹੜੀ ਸ਼ਾਖਾ ਜਾਨਵਰਾਂ ਦੇ ਵਿਵਹਾਰ ਦੇ ਅਧਿਐਨ ਨਾਲ ਸੰਬੰਧਿਤ ਹੈ। ਤੁਲਨਾਤਮਕ ਮਨੋਵਿਗਿਆਨ, ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਜਿਹਨੂੰ ਕੰਪੈਰੀਟਿਵ ਸਾਈਕੋਲੋਜੀ ਵੀ ਕਿਹਾ ਜਾਂਦਾ ਵਾ, ਤੇ ਜਾਨਵਰਾਂ ਦੀ ਜਿਹਨੂੰ ਐਨੀਮਲ ਸਾਈਕੋਲੋਜੀ ਵੀ ਕਿਹਾ ਜਾਂਦਾ, ਕਿਉਂਕਿ ਐਨੀਮਲਾਂ ਤੇ ਪ੍ਰਯੋਗ ਕਰਕੇ ਮਨੋਵਿਗਿਆਨੀਆਂ ਨੇ ਉਹਨੂੰ ਕਿਹਦੇ ਨਾਲ ਜੋੜਿਆ, ਮਨੁੱਖਾਂ ਦੀ ਗਤੀ ਦੇ ਨਾਲ, ਮਨੁੱਖਾਂ ਦੇ ਵਿਕਾਸ ਦੇ ਨਾਲ ਜੋੜਿਆ, ਠੀਕ ਹੈ। ਜਿਹੜਾ ਐਨੀਮਲ ਸਾਈਕੋਲੋਜੀ ਆ ਤੇ ਕੰਪੈਰੀਟਿਵ ਸਾਈਕੋਲੋਜੀ ਆ, ਇਹ ਦੋਵੇਂ ਇੱਕ ਹੀ ਨਾਮ ਨੇ, ਇਹ ਤੁਸੀਂ ਯਾਦ ਰੱਖਿਓ, ਠੀਕ ਆ। ਸਕੋਪ ਆਫ ਚਾਈਲਡ ਸਾਈਕੋਲੋਜੀ, ਠੀਕ ਆ, ਜਿਹੜੀ ਚਾਈਲਡ ਸਾਈਕੋਲੋਜੀ ਆ ਇਹਦਾ ਸਕੋਪ ਕੀ ਆ, ਸਟੱਡੀ ਆਫ ਦਾ ਕਰੈਕਟਰਿਸਟਿਕਸ ਫਰੋਮ ਕਨਸੈਪਸ਼ਨ ਟੂ ਅਡੋਲਸੈਂਸ, ਯਾਨੀ ਕਿ ਗਰਭ ਅਵਸਥਾ ਤੋਂ ਲੈ ਕੇ ਕਿਸ਼ੋਰ ਅਵਸਥਾ ਤੱਕ। ਕਿਹੜਾ ਬਿਆਨ ਬੱਚਿਆਂ ਦੇ ਮਨੋਵਿਗਿਆਨ ਤੇ ਆਧਾਰਿਤ ਹੈ। ਹਰ ਬੱਚਾ ਵਿਲੱਖਣ ਹੁੰਦਾ ਹੈ, ਕਿਉਂਕਿ ਕੋਈ ਵੀ ਬੱਚਾ ਸੇਮ ਨਹੀਂ ਆ, ਠੀਕ ਆ। ਮਨੋਵਿਗਿਆਨ ਕਿਹਦੇ ਤੇ ਆਧਾਰਿਤ ਆ ਵੀ ਹਰ ਕੋਈ ਵੱਖਰਾ ਵਾ, ਹਰ ਬੱਚਾ ਜਿਹੜਾ ਵਾ ਵੱਖਰਾ, ਹਰ ਇੱਕ ਬੱਚੇ ਦੇ ਵਿੱਚ ਇੱਕ ਦੂਜੇ ਤੋਂ ਵੱਧ ਕੇ ਵੱਖਰੇ ਗੁਣ ਹੁੰਦੇ ਆ, ਕਲੀਅਰ। ਬੱਚੇ ਦੇ ਵਿਕਾਸ ਦਾ ਖੇਤਰ ਹੈ, ਬੱਚੇ ਦੇ ਵਿਕਾਸ ਦਾ ਖੇਤਰ ਹੈ, ਬੱਚੇ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ ਦਾ ਅਧਿਐਨ, ਬੱਚੇ ਦੇ ਵਿਕਾਸ ਦੇ ਉੱਤੇ ਵਾਤਾਵਰਣ ਦੇ ਪੜਾਵਾਂ ਦਾ ਅਧਿਐਨ, ਵਿਅਕਤੀਗਤ ਭਿੰਨਤਾਵਾਂ ਉੱਤੇ ਵਾਤਾਵਰਣ ਦੇ ਪੜਾਵਾਂ ਦਾ ਅਧਿਐਨ, ਯਾਨੀ ਕਿ ਇਹਦਾ ਆਨਸਰ ਆਣਾ ਵਾ ਸਾਰੇ ਹੀ, ਉਪਰੋਕਤ ਸਾਰੇ ਹੀ ਇਹਦਾ ਆਨਸਰ ਆਊਗਾ। clinical psychology deals with the practical aspect of abnormal psychology। clinical psychology ਜਿਹੜੀ ਮੈਂ ਤੁਹਾਨੂੰ ਦੱਸ, ਆਪਾਂ ਪੜ੍ਹ ਕੇ ਤੇ ਗਏ ਇੱਥੇ, ਕਲੀਨਿਕਲ ਸਾਈਕੋਲੋਜੀ ਕਿੱਥੇ ਗਈ, ਹਾਂ ਆਵੇ ਦੱਸਿਆ ਸੀ ਨਾ ਵੀ ਮਾਨਸਿਕ ਰੋਗਾਂ ਦਾ ਪਤਾ ਲਗਾਉਣ ਲਈ, ਠੀਕ ਆ। ਇੱਥੇ ਇਹਨਾਂ ਨੇ ਕੀ ਪੁੱਛਿਆ ਵਾ, ਹਾਂ ਐਬਨੋਰਮਲ ਸਾਈਕੋਲੋਜੀ, ਜਿਹੜਾ ਕੋਈ ਸਧਾਰਨ ਵਿਵਹਾਰ ਨਹੀਂ ਕਰ ਸਕਦਾ, ਕਲੀਨਿਕਲ ਸਾਈਕੋਲੋਜੀ ਉਹਦੇ ਵਿੱਚ ਮਦਦ ਕਰਦੀ ਆ, ਠੀਕ ਆ। ਸੋ ਇਹ ਕਨਸੈਪਟ ਆਪਣਾ ਕੰਪਲੀਟ ਹੋ ਗਿਆ, ਠੀਕ ਆ। ਤੇ ਅੱਗੇ ਆਪਣਾ ਚੈਪਟਰ ਹੈਗਾ ਵਾ ਗਰੋਥ ਐਂਡ ਡਿਵੈਲਪਮੈਂਟ। ਇਹ
ਇਹ ਜਿਹੜਾ ਟੌਪਿਕ ਆਪਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਸੋ ਆਪਣਾ ਜਿਹੜੀ ਸਾਈਕੋਲੋਜੀ ਦੀ ਮੇਨ ਆਪਣੀ ਜਾਣ ਪਛਾਣ, ਸਾਈਕੋਲੋਜੀ ਕੀ ਆ, ਇਹਦਾ ਮੀਨਿੰਗ, ਇਹਦੀਆਂ ਬ੍ਰਾਂਚਸ, ਕਿੰਨੇ ਤਰ੍ਹਾਂ ਦੀ ਸਾਈਕੋਲੋਜੀ, ਇਹ ਸਾਰਾ ਹੀ ਮੈਂ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਪੜ੍ਹਾ ਚੁੱਕੀ ਹਾਂ। ਠੀਕ ਆ, ਕਲਾਸ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਾਰਿਆਂ ਦਾ ਫ੍ਰੀ ਦੇ ਵਿੱਚ ਫਾਇਦਾ ਹੋ ਸਕੇ, ਕਿਉਂਕਿ ਸਾਰੇ ਬੱਚੇ ਕਿਸੇ ਵੀ ਅਕੈਡਮੀ ਤੋਂ ਬੈਚ ਨਹੀਂ ਲੈ ਸਕਦੇ, ਕਿਉਂਕਿ ਘਰ ਦੀਆਂ ਮੁਸ਼ਕਲਾਂ ਹੁੰਦੀਆਂ। ਆਪਾਂ ਵੀ ਆਮ ਜੇ ਘਰਾਂ ਤੋਂ ਆ ਸਾਰੇ। ਠੀਕ ਆ, ਤੇ ਸਾਰਿਆਂ ਵਿਚਾਰਿਆਂ ਦਾ, ਕਿਉਂਕਿ ਹੁਣ ਪੇਪਰ ਦੇ ਵਿੱਚ ਥੋੜਾ ਟਾਈਮ ਰਹਿ ਗਿਆ, ਤੇ ਸਾਰਿਆਂ ਦਾ ਭਲਾ ਹੋ ਸਕੇ ਤੇ ਕਲਾਸ ਨੂੰ ਦੱਬ ਕੇ ਕਰ ਦਿਓ ਸ਼ੇਅਰ। ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਗਰੋਥ ਐਂਡ ਡਿਵੈਲਪਮੈਂਟ ਨੂੰ ਬਹੁਤ ਹੀ ਡਿਟੇਲ ਦੇ ਨਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।